ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦਾ ਜੋ ਦਿਨ ਹੈ ਉਹ ਪ੍ਰਭੂ ਦੀ ਜੈ ਦਾ ਦਿਨ ਹੈ। ਉਸ ਦੀ ਉਸਤਤ ਅਤੇ ਵਡਿਆਈ ਅਤੇ ਮਹਿਮਾ ਅਤੇ ਪ੍ਰਸ਼ੰਸਾ ਉਸ ਨੂੰ ਕਰਨ ਅਤੇ ਉਸ ਨੂੰ ਚੜ੍ਹਾਉਣ ਅਤੇ ਦੇਣ ਦਾ ਦਿਨ ਹੈ। ਇਹ ਪ੍ਰਾਰਥਨਾ ਕਰਨ ਦਾ ਨਹੀਂ, ਪਰਮੇਸ਼ਰ ਦੀ ਭਗਤੀ ਕਰਕੇ ਉਸ ਦੇ ਅੱਗੇ ਜੋ ਤੁਸੀਂ ਧੰਨਵਾਦ ਦੀਆਂ ਭੇਟਾਂ ਲੈ ਕੇ ਆਏ ਹੋ ਉਸ ਨੂੰ ਅਰਪਿਤ ਕਰਨ ਦਾ ਦਿਨ ਹੈ। ਪਿਆਰੋ, ਦੁਨੀਆ ਭਰ ਦੇ ਵਿੱਚ ਹਰ ਇੱਕ ਜਗ੍ਹਾ ਅੱਜ ਦੇ ਦਿਨ ਦੇ ਵਿੱਚ ਉਸ ਦੀ ਆਰਾਧਨਾ ਅਤੇ ਉਪਾਸਨਾ ਦੇ ਲਈ ਲੋਕ ਇਕੱਠੇ ਹੋ ਰਹੇ ਆ ਅਤੇ ਕਈ ਜਗ੍ਹਾ ਦੇ ਵਿੱਚ ਉਸ ਦਾ ਧੰਨਵਾਦ ਦੇ ਕੇ ਉਸ ਦੇ ਨਾਮ ਨੂੰ ਉੱਚਾ ਕਰ ਰਹੇ। ਇਹ ਉੱਚਾ ਕਰਨ ਦਾ ਦਿਨ ਹੈ, ਇਹ ਪ੍ਰਸ਼ੰਸਾ ਕਰਨ ਦਾ ਦਿਨ ਹੈ। ਅਸੀਂ ਇਸ ਦਿਨ ਦੇ ਵਿੱਚ ਪਰਮੇਸ਼ਰ ਨੂੰ ਧੰਨਵਾਦ ਦੇ ਵਚਨ ਦੇਣ ਦੇ ਲਈ, ਧੰਨਵਾਦ ਦੇ ਵਚਨ ਦੇ ਰਾਹੀਂ ਉਸ ਦੀ ਮਹਿਮਾ ਕਰਨ ਦੇ ਲਈ ਅਸੀਂ ਇਸ ਵਚਨ ਦੀ ਲਈ ਪ੍ਰਾਰਥਨਾ ਕਰੀਏ। ਦਿਆਲੂ, ਕਿਰਪਾਲੂ, ਮਿਹਰਬਾਨ, ਪ੍ਰੇਮੀ ਪਰਮੇਸ਼ਰ, ਅਸੀਂ ਸ਼ੁਕਰ ਕਰਦੇ ਹਾਂ ਅੱਜ ਦਾ ਦਿਨ ਤੇਰੀ ਜੈ ਅਤੇ ਪੁਨਰੁੱਥਾਨ ਦਾ ਦਿਨ ਹੈ, ਜਿਸ ਵਿੱਚ ਹਰ ਇੱਕ ਜਗ੍ਹਾ ਦੇ ਉੱਤੇ ਤੇਰੇ ਪਵਿੱਤਰ ਖੂਨ ਖਰੀਦੇ ਹੋਏ ਲੋਕ ਤੇਰੀ ਇਬਾਦਤ ਇਕੱਠੇ ਹੋ ਕੇ ਧੰਨਵਾਦ ਦੇ ਨਾਲ ਤੇਰੇ ਅੱਗੇ ਅਰਪਿਤ ਕਰ ਰਹੇ। ਪਰਮੇਸ਼ਰ ਪਿਤਾ, ਸਾਨੂੰ ਵੀ ਆਪ ਦੇ ਅੱਗੇ ਆਪ ਦੇ ਵਚਨ ਦੇ ਰਾਹੀਂ, ਆਪ ਦੀ ਮਹਿਮਾ ਦੇ ਵਚਨ ਦੇ ਰਾਹੀਂ ਆਪ ਨੂੰ ਧੰਨਵਾਦ ਦੀ ਭੇਟ ਅਰਪਿਤ ਕਰਨ ਦੇ ਲਈ ਸਾਡੀ ਮਦਦ ਕਰ, ਤਾਂ ਕਿ ਉਸ ਭੇਟ ਦੇ ਰਾਹੀਂ, ਉਸ ਵਚਨ ਦੀ ਭੇਟ ਦੇ ਰਾਹੀਂ ਆਪ ਨੂੰ ਇਹ ਸਭ ਕੁਝ ਪ੍ਰਵਾਨ ਹੋ ਸਕੇ ਔਰ ਆਪ ਹੀ ਦਾ ਨਾਮ ਸਾਡੇ ਜੀਵਨ ਦੇ ਵਿੱਚ ਉੱਚਾ ਹੋ ਸਕੇ। ਇੱਕ ਇੱਕ ਪਲ ਦੇ ਲਈ ਸਭ ਕੁਝ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਇਹ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੈਂ ਵਚਨ ਦਾ ਭਾਗ ਪਰਮੇਸ਼ਰ ਦੇ ਅੱਗੇ ਧੰਨਵਾਦ ਦੇ ਲਈ ਲਿਆ ਹੈ ਉਹ ਹੈ ਦੂਸਰਾ ਕਰੰਥੀਆਂ 2 ਅਧਿਆਏ ਉਸ ਦਾ 14 ਅਤੇ 15 ਆਇਤ ਨੂੰ ਮੈਂ ਲਿਆ ਹੈ। ਇੱਥੇ ਲਿਖਿਆ ਹੈ, ਪਰਮੇਸ਼ਰ ਦਾ ਦਾਸ ਪੌਲਸ ਕਹਿੰਦਾ ਹੈ, ਇੱਕ ਪਾਪੀ ਨੂੰ ਮਾਫੀ ਜਦੋਂ ਮਿਲ ਜਾਂਦੀ ਹੈ ਤਾਂ ਉਸ ਨੂੰ ਪਰਮੇਸ਼ਰ ਦੇ ਅੱਗੇ ਦੇਣ ਦੇ ਲਈ ਕੁਝ ਨਹੀਂ ਹੁੰਦਾ ਸਿਵਾਏ ਧੰਨਵਾਦ। ਇਸ ਲਈ ਪੌਲਸ ਰਸੂਲ ਉਸ ਧੰਨਵਾਦ ਦੇ ਵਚਨ ਨੂੰ ਕੁਝ ਇਸ ਤਰ੍ਹਾਂ ਵਰਣਨ ਕਰ ਰਿਹਾ ਹੈ 14 ਅਤੇ 15 ਆਇਤਾਂ ਵਿੱਚ। ਪਰ ਧੰਨਵਾਦ ਹੈ ਪਰਮੇਸ਼ਰ ਦਾ ਜੋ ਮਸੀਹ ਵਿੱਚ ਸਾਨੂੰ ਸਦਾ ਫਤਿਹ ਦੇ ਕੇ ਲਈ ਫਿਰਦਾ ਹੈ ਔਰ ਉਸ ਦੇ ਗਿਆਨ ਦੀ ਵਾਸ਼ਨਾ ਸਾਡੇ ਰਾਹੀਂ ਥਾਹੀਂ ਥਾਹੀਂ ਖਿਲਾਰਦਾ ਹੈ, ਕਿਉਂ ਜੋ ਅਸੀਂ ਪਰਮੇਸ਼ਰ ਦੇ ਲਈ ਉਹਨਾਂ ਵਿੱਚ ਜਿਹੜੇ ਮੁਕਤੀ ਨੂੰ ਪ੍ਰਾਪਤ ਹੋ ਰਹੇ ਹਨ ਅਤੇ ਉਹਨਾਂ ਵਿੱਚੋਂ ਜਿਹੜੇ ਨਾਸ਼ ਹੋ ਰਹੇ ਹਨ ਮਸੀਹ ਦੀ ਸੁਗੰਧੀ ਹਨ। ਪਿਆਰੇ ਅਜ਼ੀਜ਼, ਇਹ ਜੋ ਵਚਨ ਪੌਲਸ ਰਸੂਲ ਲਿਖ ਰਿਹਾ ਹੈ ਇਹ ਕੁਰੰਥ ਦੀ ਕਲੀਸਿਆ ਨੂੰ ਰੋਮ ਤੋਂ ਲਿਖ ਰਿਹਾ ਹੈ ਅਤੇ ਉਸ ਵਿੱਚ ਜੋ ਪਰਮੇਸ਼ਰ ਨੇ ਮਨੁੱਖੀ ਜੀਵਨ ਦੇ ਲਈ ਭਲਾਈ ਪ੍ਰਗਟ ਕੀਤੀ ਹੈ, ਜੋ ਪਰਮੇਸ਼ਰ ਨੇ ਮਨੁੱਖੀ ਜੀਵਨ ਦੇ ਲਈ ਇੱਕ ਸਦੀਵੀ ਯੋਜਨਾ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਪ੍ਰਗਟ ਕੀਤੀ ਹੈ, ਉਸ ਦਾ ਇਸ ਜਗ੍ਹਾ ਦੇ ਉੱਤੇ ਬੜੇ ਹੀ ਗੰਭੀਰਤਾ ਦੇ ਨਾਲ ਉਸ ਦਾ ਵਿਖਿਆਨ ਕਰ ਰਿਹਾ ਹੈ, ਜਿਹੜਾ ਸੁਗੰਧ ਦੀ ਮਾਦਤ ਹੈ। ਮੇਰਾ ਇਸ ਵਚਨ ਦੇ ਨਾਲ ਜੋ ਵਿਸ਼ਾ ਆਉਂਦਾ ਹੈ ਉਹ ਹੈ ਪਰਮੇਸ਼ਰ ਦੇ ਸਮਕਸ਼ ਵਿਸ਼ਵਾਸੀਆਂ ਦਾ ਸੁਗੰਧਦਾਇਕ ਭੇਂਟ ਅਰਪਿਤ ਕਰਨਾ। ਵਿਸ਼ਵਾਸੀਆਂ ਦਾ ਪਰਮੇਸ਼ਰ ਦੇ ਅੱਗੇ ਸੁਗੰਧਦਾਇਕ ਭੇਂਟ ਅਰਪਿਤ ਕਰਨਾ। ਪਿਆਰੇ ਅਜ਼ੀਜ਼, ਇੱਥੇ ਪੌਲਸ ਇਸੇ ਚੀਜ਼ ਦੀ ਗੱਲ ਸਾਡੇ ਵਿੱਚ ਪ੍ਰਗਟ ਕਰ ਰਿਹਾ ਹੈ। ਉਹ ਕੀ ਕਹਿ ਰਿਹਾ ਹੈ? ਪਹਿਲੀ ਗੱਲ, ਪਰ ਧੰਨਵਾਦ ਹੈ ਪਰਮੇਸ਼ਰ ਦਾ ਜੋ ਮਸੀਹ ਦੇ ਵਿੱਚ ਸਾਨੂੰ ਸਦਾ ਫਤਿਹ ਦੇ ਕੇ ਲਈ ਫਿਰਦਾ ਹੈ। ਪਹਿਲੀ ਗੱਲ, ਉਹ ਧੰਨਵਾਦ ਕਿਹਦਾ ਕਰ ਰਿਹਾ ਹੈ। ਅੱਜ ਸਾਨੂੰ ਇਹ ਨਹੀਂ ਪਤਾ ਹੈ ਕਿ ਅਸੀਂ ਕਿਸ ਦਾ ਧੰਨਵਾਦ ਕਰਨਾ ਹੈ, ਕਿੱਦਾਂ ਕਰਨਾ ਹੈ ਅਤੇ ਕਦੋਂ ਕਰਨਾ ਹੈ।
ਅਸੀਂ ਧੰਨਵਾਦ ਦੇ ਬਾਰੇ ਕੁਝ ਜਾਣਦੇ ਨਹੀਂ, ਅਸੀਂ ਧੰਨਵਾਦ ਦੇ ਬਾਰੇ ਕੁਝ ਸਮਝਦੇ ਨਹੀਂ। ਬਾਈਬਲ ਬਾਣੀ ਇਸ ਗੱਲ ਦੇ ਵਿੱਚ ਮੈਂ ਜੋ ਆਪ ਨੂੰ ਭੇਤ ਦੱਸਣ ਜਾ ਰਿਹਾ, ਇਹ ਦੱਸਦੀ ਹੈ ਜਿਹੜਾ ਧੰਨਵਾਦ ਹੈ ਉਹ ਅੰਦਰੋਂ ਆਉਂਦਾ ਹੈ, ਬਾਹਰੋਂ ਨਹੀਂ। ਅੰਦਰੋਂ ਆਉਂਦਾ ਹੈ ਕੀਤੇ ਹੋਏ ਉਪਕਾਰ ਦੇ ਲਈ, ਕੀਤੇ ਹੋਏ ਉਪਕਾਰ ਦੇ ਲਈ। ਜਦੋਂ ਉਹ ਧੰਨਵਾਦ ਕੀਤੇ ਹੋਏ ਉਪਕਾਰ ਦੇ ਲਈ ਮੇਰੇ ਮੁਖ ਦੇ ਵਿੱਚ ਆਉਂਦਾ ਹੈ, ਉਹ ਪਰਮੇਸ਼ਵਰ ਨੂੰ ਸੁਗੰਧ ਦੀ ਮਾਨਿਤ ਚੰਗਾ ਲੱਗਦਾ ਹੈ। ਉਹ ਪਰਮੇਸ਼ਵਰ ਨੂੰ ਆਦਰ ਅਤੇ ਮਹਿਮਾ ਅਤੇ ਵਡਿਆਈ ਦੇ ਯੋਗ ਲੱਗਦਾ ਹੈ। ਪਹਿਲੀ ਗੱਲ ਇੱਥੇ ਕਹਿੰਦਾ ਪਰਮੇਸ਼ਵਰ ਦਾ ਧੰਨਵਾਦ। ਪੌਲੁਸ ਰਸੂਲ ਦਿਲ ਤੋਂ ਇਹ ਗੱਲ ਪਰਮੇਸ਼ਵਰ ਦੇ ਅੱਗੇ ਧੰਨਵਾਦ ਦੇ ਲਈ ਉਸ ਦੇ ਕੀਤੇ ਹੋਏ ਇੰਤਜ਼ਾਮ ਦੇ ਪ੍ਰਤੀ ਪ੍ਰਗਟ ਕਰ ਰਿਹਾ ਹੈ, ਕੀਤੇ ਹੋਏ ਇੰਤਜ਼ਾਮ ਦੇ ਪ੍ਰਤੀ ਪ੍ਰਗਟ ਕਰ ਰਿਹਾ ਹੈ। ਅਸੀਂ ਕਈ ਵਾਰ ਪਰਮੇਸ਼ਰ ਦੇ ਕੀਤੇ ਹੋਏ ਕੰਮਾਂ ਦਾ, ਜੋ ਪਰਮੇਸ਼ਰ ਸਾਡੇ ਜੀਵਨ ਦੇ ਵਿੱਚ ਕਰਦਾ ਹੈ, ਉਸ ਦੇ ਕੀਤੇ ਹੋਏ ਅਹਿਸਾਨਾਂ ਦਾ ਅਸੀਂ ਧੰਨਵਾਦ ਕਰਨਾ ਭੁੱਲ ਜਾਂਦੇ ਹਾਂ। ਪਰਮੇਸ਼ਵਰ ਨੇ ਇੱਥੇ ਉਹ ਕੰਮ ਕੀਤਾ ਹੈ ਜਿਹੜਾ ਕਿਸੇ ਨੇ ਵੀ ਇਸ ਧਰਤੀ ਤੇ ਅੱਜ ਤੱਕ ਨਹੀਂ ਕੀਤਾ ਹੈ। ਪਰਮੇਸ਼ਵਰ ਨੇ ਜੋ ਕੰਮ ਮਨੁੱਖੀ ਜੀਵਨ ਦੇ ਲਈ, ਮੇਰੇ ਅਤੇ ਆਪ ਦੇ ਲਈ ਕੀਤਾ ਹੈ, ਸਮਸਤ ਸ੍ਰਿਸ਼ਟੀ ਦੇ ਸਭ ਮਨੁੱਖ ਜਾਤੀ ਦੇ ਲਈ ਕੀਤਾ ਹੈ। ਔਰ ਉਹ ਕੀਤੇ ਹੋਏ ਕਾਰਜ ਦੇ ਲਈ ਪੌਲੁਸ ਰਸੂਲ ਇੱਥੇ ਕਹਿੰਦਾ ਹੈ ਕਿ ਪਰ ਧੰਨਵਾਦ ਹੈ ਪਰਮੇਸ਼ਰ ਦਾ। ਪੌਲੁਸ ਬਾਰ-ਬਾਰ ਆਪਣੀਆਂ ਪੱਤਰੀਆਂ ਦੇ ਵਿੱਚ ਧੰਨਵਾਦ ਦੀ ਗੱਲ ਕਰਦਾ ਹੈ। ਮੈਂ ਇੱਕ ਹੋਰ ਵਚਨ ਇਸ ਦੇ ਧੰਨਵਾਦ ਦੇ ਸਮਕਸ਼ ਪੜ੍ਹ ਰਿਹਾ ਹਾਂ। ਥੈਸਲੋਨੀਕ ਦੀ ਪੁਸਤਕ, ਉਸ ਦਾ 5 ਅਧਿਆਏ, ਪਹਿਲਾ ਥੈਸਲੋਨੀਕ, ਉਸ ਦਾ 5 ਅਧਿਆਏ, ਉਸ ਦੀ 18 ਆਇਤ ਦੇ ਵਿੱਚ ਕਹਿੰਦਾ ਹੈ, ਹਰ ਹਾਲ ਵਿੱਚ ਧੰਨਵਾਦ ਕਰੋ, ਕਿਉਂ ਜੋ ਤੁਹਾਡੇ ਲਈ ਮਸੀਹ ਯਸੂ ਵਿੱਚ ਪਰਮੇਸ਼ਵਰ ਦੀ ਇਹੋ ਇੱਛਾ ਹੈ। ਕਿਤੇ ਵੀ ਦੇਖ ਲਓ, ਅਗਰ ਕੋਲੋਸੀਆਂ ਦੀ ਪੁਸਤਕ ਦੇ ਵਿੱਚ ਦੇਖ ਲਓ ਤਾਂ ਉੱਥੇ ਵੀ ਉਹ ਧੰਨਵਾਦ ਦੀ ਗੱਲ ਕਰ ਰਿਹਾ ਹੈ। ਇਬਰਾਨੀਆਂ ਦੇ ਵਿੱਚ ਦੇਖ ਲਓ ਤਾਂ ਉੱਥੇ ਵੀ ਉਹ ਧੰਨਵਾਦ ਦੀ ਗੱਲ ਕਰ ਰਿਹਾ। ਕਿਉਂ? ਅਸੀਂ ਪਰਮੇਸ਼ਰ ਦਾ ਧੰਨਵਾਦ ਕਰਨਾ ਨਹੀਂ ਜਾਣਦੇ ਹਾਂ। ਜਦੋਂ ਅਸੀਂ ਪਰਮੇਸ਼ਰ ਦਾ ਧੰਨਵਾਦ ਨਹੀਂ ਕਰਦੇ ਹਾਂ ਤਾਂ ਜੋ ਪਰਮੇਸ਼ਰ ਨੇ ਮੇਰੇ ਜੀਵਨ ਦੇ ਵਿੱਚ ਉਪਕਾਰ ਕੀਤੇ ਹੈ, ਅਸੀਂ ਉਹਨਾਂ ਅਹਿਸਾਨਾਂ ਦਾ ਜੋ ਪਰਮੇਸ਼ਰ ਨੇ ਮੇਰੇ ਜੀਵਨ ਦੇ ਵਿੱਚ ਕੀਤੇ ਹੈ, ਉਹਨਾਂ ਦਾ ਜਦੋਂ ਅਸੀਂ ਧੰਨਵਾਦ ਨਹੀਂ ਕਰਦੇ ਹਾਂ ਤਾਂ ਪਰਮੇਸ਼ਵਰ ਦਾ ਜੋ ਮੇਰੇ ਜੀਵਨ ਦੇ ਵਿੱਚ ਬਲੀਦਾਨ ਕੀਤਾ ਗਿਆ ਹੈ, ਜੋ ਮੇਰੇ ਜੀਵਨ ਦੇ ਵਿੱਚ ਕੰਮ ਕੀਤਾ ਗਿਆ ਹੈ, ਉਸ ਨੂੰ ਅਸੀਂ ਚੁਰਾ ਲੈਂਦੇ ਹਾਂ ਔਰ ਉਸ ਸਮੇਂ ਦਾ ਅਸੀਂ ਉਪਹਾਸ ਉਡਾਉਂਦੇ ਹਾਂ। ਸਾਨੂੰ ਇਹ ਨਹੀਂ ਕਰਨਾ ਚਾਹੀਦਾ। ਇੱਕ ਵਿਸ਼ਵਾਸੀ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਮੰਨ ਲੈਂਦਾ, ਭਾਵ ਜਦੋਂ ਉਸ ਦਾ ਨਵਾਂ ਜਨਮ ਹੋ ਜਾਂਦਾ ਹੈ, ਤਦ ਉਸ ਦੇ ਜੀਵਨ ਦੇ ਵਿੱਚ ਇੱਕ ਕਰਤੱਵ ਬਣ ਜਾਂਦਾ ਹੈ ਕਿ ਪਰਮੇਸ਼ਰ ਨੇ ਜੋ ਮੇਰੇ ਲਈ ਕੰਮ ਕੀਤਾ, ਮੈਂ ਉਸ ਦੇ ਲਈ ਉਸ ਦਾ ਧੰਨਵਾਦ ਕਰਾਂ। ਪਰਮੇਸ਼ਰ ਨੇ ਮੇਰੇ ਲਈ ਕੰਮ ਕੀ ਕੀਤਾ? ਮੈਂ ਪਾਪੀ ਸਾਂ, ਮੇਰੇ ਪਾਪੀ ਦੇ ਲਈ ਕੋਈ ਰਸਤਾ ਨਹੀਂ ਸੀ ਬਚਣ ਦੇ ਲਈ, ਕਿਉਂਕਿ ਬਾਣੀ ਦੱਸਦੀ ਹੈ ਸਾਰੀ ਧਰਤੀ ਪਾਪ ਦੇ ਨਾਲ ਭਰੀ ਹੋਈ ਹੈ। ਔਰ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਇੱਕ ਵੀ ਧਰਮੀ ਨਹੀਂ, ਕੋਈ ਵੀ ਧਰਮੀ ਨਹੀਂ। ਦੂਸਰੀ ਗੱਲ ਉਹ ਦੱਸਦਾ ਹੈ ਸਭਨਾਂ ਨੇ ਪਾਪ ਕੀਤਾ, ਪਰਮੇਸ਼ਰ ਦੇ ਪ੍ਰਤਾਪ ਤੋਂ ਰਹਿਤ ਹੈ। ਅਸੀਂ ਸਭ ਪਾਪ ਦੇ ਹੇਠ ਸੀ, ਕੋਈ ਰਾਸਤਾ ਨਹੀਂ ਸੀ, ਪਰ ਪਰਮੇਸ਼ਰ ਨੇ ਮੈਨੂੰ ਪਾਪ ਤੋਂ ਬਚਣ ਦੇ ਲਈ, ਮੁੜ ਪਰਮੇਸ਼ਰ ਦੀ ਸੰਤਾਨ ਬਣਨ ਦੇ ਲਈ, ਮੁੜ ਸਵਰਗ ਦੇ ਵਿੱਚ ਸਵਰਗ ਦਾ ਅਧਿਕਾਰ ਪ੍ਰਾਪਤ ਕਰਨ ਦੇ ਲਈ ਪਰਮੇਸ਼ਰ ਨੇ ਮੇਰੇ ਲਈ ਸਵੈ ਮਨੁੱਖ ਬਣ ਕੇ ਇੰਤਜ਼ਾਮ ਕੀਤਾ ਹੈ ਪ੍ਰਭੂ ਯਿਸੂ ਮਸੀਹ ਦੇ ਵਿੱਚ। ਮੈਂ ਉਸ ਅਹਿਸਾਨ ਨੂੰ ਨਹੀਂ ਭੁੱਲ ਸਕਦਾ। ਇਸੇ ਕਰਕੇ ਤਾਂ ਪੌਲੁਸ ਰਸੂਲ ਕਹਿੰਦਾ ਹੈ ਹਰ ਸਮੇਂ ਪਰਮੇਸ਼ਰ ਦਾ ਧੰਨਵਾਦ ਕਰੋ, ਕਿਉਂਕਿ ਮਸੀਹ ਯਿਸੂ ਵਿੱਚ
परमेश्वर दी एहो इच्छा है हर मनुख दे विच जिहड़ा विश्वास दे विच आ गया। इसलिए तो पौलुस कहता है पर धन्नवाद है परमेश्वर दा। क्यों धन्नवाद है परमेश्वर दा? क्योंकि मैं पाप तो अपने आप तो नहीं बच सकता सी। और यशाया दे विच यशाया साफ रीति नाल दसदा है साडे जिहड़े धर्म दे काम सी जिन्ने भी असी अपना पवित्रता दे नाल असी काम करन दी कोशिश करदे सी वो सब पलीती दे सी। क्यों? पाप दे नाल सी। मैं सोचदा सी मैं दान दे के अपना बच जावांगा, मैं सोचदा सी उपकार करन दे नाल लोकां दे विच भलाई करन दे नाल लोकां दे विच आटा देण दे नाल राशन पानी देण दे नाल किसे दे बच्चे नूं अडॉप्ट करके उस नूं अच्छे जगह दे उत्ते पहुंचाण दे नाल मैं परमेश्वर दे नाल मिल जावांगा। गलत। क्योंकि मेरे अंदर जो पाप है, मेरे अंदर जो पाप ने बसेरा किया है, ये पाप दाऊद कहता है 51:5 दे विच मेरी माँ ने मैनू पाप दे विच जम्मिया, मैं पाप दे विच पैदा होया, तो मैं किस तरह परमेश्वर दे अगे भलाई दे काम जिन्ने भी भलाई दे काम करदा वो सब पाप दे नाल नाशवान हो जाते सी। इसलिए परमेश्वर दा दास पौलुस कहता है पर धन्नवाद है परमेश्वर दा, पर धन्नवाद है परमेश्वर दा जो उसने मैनू नकारे नखिदे मनुख नू स्वयं मनुख बन के मसीह यसू दे विच मेरे पाप दा कर्ज अदा कर दिता। पाप दा कर्ज की सी मेरे ते? मौत। उस मौत तो उसने छुड़ा दिता, उस मौत तो मेरी उसने रक्षा की। मैं एक चीज पढ़दा हाँ जो हिजकियल दी पुस्तक दे विच उसका 20 अध्याय उसकी 41 आयत दे विच हिजकियल की कहता है मेरे लिए जो परमेश्वर ने काम किया है, जो मेरे लिए परमेश्वर ने उपकार किया है, उसके बारे इत्थे हिजकियल 20:41 विच कहता है ਜਦੋਂ मैं ਤੁਹਾਨੂੰ ਲੋਕਾਂ ਵਿੱਚ ਕੱਢ ਲਿਆਵਾਂਗਾ ਅਤੇ ਉਹਨਾਂ ਦੇਸ਼ਾਂ ਵਿੱਚੋਂ ਜਿੱਥੇ ਤੁਸੀਂ ਖਿਲਰ ਗਏ ਸੋ ਇਕੱਠਾ ਕਰਾਂਗਾ, ਤਦ ਮੈਂ ਤੁਹਾਨੂੰ ਸੁਗੰਧੀ ਧੂਪ ਨਾਲ ਪ੍ਰਵਾਨ ਕਰਾਂਗਾ ਅਤੇ ਕੌਮਾਂ ਦੇ ਸਾਹਮਣੇ ਮੈਂ ਆਪਣੀ ਪਵਿੱਤਰਤਾਈ ਤੁਹਾਡੇ ਉੱਤੇ ਪ੍ਰਗਟ ਕਰਾਂਗਾ। ਕੌਮਾਂ ਦੇ ਸਾਹਮਣੇ ਮੈਂ ਆਪਣੀ ਪਵਿੱਤਰਤਾਈ ਤੁਹਾਡੇ अगे प्रगट करांगा। कितनी वड्डी गल है। परमेश्वर ने वो पवित्रताई मेरे जीवन दे विच अपने पुत्र प्रभु यसु मसीह दे राही प्रगट की। कलवरी क्रूस के उत्ते वो मारिया गया। कलवरी क्रूस जिहड़ा है, क्रूस शब्द जिहड़ा है वो श्रापित है। लोग गले दे विच क्रूस पा के कहंदे असी मसीही हां। दैट इज रॉन्ग। बाइबल दे विच क्रूस शब्द जो है उसनूं श्रापित किया गया है। मैं आप दे लई पढ़ दिंदा हाँ गलातियां दी पुस्तक उसदा 3 अध्याय उसदी 13 आयत दे विच परमेश्वर दा दास पौलुस कहंदा है मसीह ने सानू मुल लैके शरा दे शराब तो छड़ाया, इस करके जो साडे लई शराप बनया, क्यों जो लिखा है भाई शरापी है हरेक जो रुख उत्ते टंगिया। जो सलीब उत्ते टंगिया वो शरापी है। इहदा मतलब जिस सलीब दे उत्ते मैं जाना सी, जिस क्रूस दे उत्ते मैनू लटकाया जाना, क्योंकि पापी व्यक्ति नू जिसने अपराध किया है, जिसने गुनाह किया है, उन्होंने सजा उस सलीब दे उत्ते दित्ती जाती सी रोम दे समय विच। और मसीह ने उस सलीब नू मेरे लिए, हाँ मेरे लिए उसने कलवरी क्रूस के उत्ते सह लिया। कादे लई? मैनू परमेश्वर दा पवित्र जन बनाउण दे लई, मैनू परमेश्वर दी संतान बनाउण दे लई, मैनू मुड़ परमेश्वर दे नाल स्वर्गीय अधिकार प्राप्त करन दे लई, मैनू परमेश्वर दा ओ सदा दा जीवन जिस दे लई मैं दर जाके ठोकरा खांदा सी, कदे कित्थे जांदा सी, कदे कित्थे जांदा सी, मेरे कोल ओ सदा दा जीवन नहीं सी, पाप अमरता दा जीवन नहीं सी, ओ मैनू
परमेश्वर पुत्र प्रभु यसु मसीह दे राही मिलिया, जिन्हें मेरा कर्ज कलवरी क्रूस के उत्ते चुका दिता। जिस दे लई पौलुस रसूल दूसरा पहला कुरंथियां उसका 15 अध्याय उस दी 57 आयत दे विच कहंदा है, 57 आयत दे विच, पर धन्नवाद है परमेश्वर दा जो सानू साडे प्रभु यसु मसीह दे राही फतेह बख्शदा है। कादे तो? मौत तो। हुण मेरे उत्ते मौत दा अधिकार नहीं, हुण मैनू मौत ने खरीदिया नहीं, क्योंकि परमेश्वर पुत्र ने मौत नू अपने लहू दे नाल मैनू खरीद लिया। उस मौत तो जड़ी मौत मेरे उत्ते आनी सी, जिस मौत ने मैनू नरक दी सजा दे विच लैके जाना सी, उस मौत दा कर्ज प्रभु यसु मसीह ने मेरे बदले कलवरी क्रूस के उत्ते चुका दिता। इसलिए तो इत्थे परमेश्वर दा दास पौलुस रसूल कहता है, पर धन्नवाद है प्रभु यसु, धन्नवाद है परमेश्वर दा जो मसीह यसु विच सानू सदा फतह दे के लई फिरदा है, और ओदे ज्ञान दी वासना साडे राही थाई थाई खलांदा। ओदे ज्ञान दी वासना, मसीह दे उस बलिदान दी खुशबू, जदों मैं मसीह यसु दे उस कीते होए उपकार दा जो परमेश्वर ने मसीह यसु विच मेरे नाल कीता, मैं ओदा धन्नवाद करदा हां, तां इह खुशबू परमेश्वर दी नथना विच सुगंध दी मानत ठहरदी है, जिस तो परमेश्वर आनंदित हो के मेरे जीवन दे विच की करदा है, की करदा है, मैनू उस शराब तो मुक्त करके जीवन दिंदा है। मैं आप दे लई पढ़ रहा हाँ उत्पत्ति पुस्तक 8 अध्याय उस दी 20 ਅਤੇ 21 आयत नूं मैं आप दे लई पढ़ रहा हाँ। इत्थे लिखिया है 20 आयत दे विच, तानू ने एक जगवेदी यहोवा लई बनाई अते शुद्ध डंगर अते शुद्ध पंछियां विचों लैके उन्हें जगवेदी उत्ते होम दियां बलियां चढ़ाइयां, अते यहोवा ने ओ सुगंध सूंघी जो यहोवा ने अपने मन विच आख्या, मैं फेर कदे जमीन नूं आदमी दे कारण शराप नहीं देंगा, भावें आदमी दे मन दियां भावना उसकी जवानी तो बुरियां ही है, अते फेर कदे सरवत जियां नूं नहीं मारांगा जिवें मैं हुण कीता है। परमेश्वर ने अमरता दी योजना इत्थे मेरे लिए मसीह यसू दे राही प्रगट कर दी। ओ पवित्र मेमना, ओ पवित्र लेला मेरे सारे पापां नूं चुक के कलवरी क्रूस दे उत्ते उसदा बलिदान दे के मेरे लिए कहंदा है पूरा होया। जदों मैं परमेश्वर दी हजूरी विच जांदा हां, उसकी हजूरी विच बैठदा हां, उसदे कीते होए उपकार नूं याद करदा हां, तां मैं धन्नवाद करदा हां प्रभु तेरे, धन्नवाद है तेरे उपकार दा जो तुसी प्रभु यसु मसीह दे राही मेरे पापां नूं माफ करके मैनू अपना पुत्र बना लिया कि मैं तेरे समक्ष तेरे कीते होए उपकारां दा धन्नवाद दे के तेरे नाम नूं उच्चा कर सकां। ये भेंट परमेश्वर नूं सुगंध दी उहदे नथना दे विच सुगंध दी माने ठहरदी। इसलिए इत्थे पौलुस रसूल कहंदा है पर धन्नवाद है परमेश्वर दा। मैं धन्नवाद परमेश्वर दा करना है, उसदे कीते होए उपकारां दा करना है, उसदे कीते होए एहसानां दा करना है, उसदियां कीतियां होईयां भलाइयां दा करना है। जे मैं प्यारो धन्नवाद नहीं करदा तां मैं एहसान फरमोश हूं। मैं परमेश्वर दे अगे उसदे कीते हुए उपकारां दे प्रति निंदा योग हाँ। इसलिए ये दिन जो परमेश्वर ने मैनू दिता है उसदे कीते हुए उपकारां दा धन्नवाद देण दे लई। और सब तो वड्डी सुगंध की है, ये है कि असी उसके पुत्र मसीह यसू दे राही परमेश्वर का धन्नवाद करिए, जिहड़ी परमेश्वर नूं परवान है और परमेश्वर दे अगे सुगंधदायक है। इस तो वड्डा कोई होर धन्नवाद नहीं है।
ਪਰਮੇਸ਼ਰ ਦਾ ਦਾਸ ਪੌਲਸ ਕੀ ਕਹਿੰਦਾ ਹੈ, ਮੈਂ ਇੱਕ ਵਚਨ ਹੋਰ ਪੜ੍ਹਨ ਜਾ ਰਿਹਾ, ਇਬਰਾਨੀਆਂ ਦੀ ਪੁਸਤਕ 13 ਅਧਿਆਇ ਉਸ ਦੀ 15 ਆਇਤ ਦੇ ਵਿੱਚ, ਜੋ ਪਰਮੇਸ਼ਰ ਦਾ ਦਾਸ ਸਾਫ਼ ਰੀਤੀ ਨਾਲ ਕਹਿੰਦਾ ਹੈ ਅਸੀਂ ਕੀ ਕਰਨਾ ਹੈ। ਇਬਰਾਨੀਆਂ 13 ਦੇ 15 ਵਿੱਚ ਕਹਿੰਦਾ ਹੈ, ਸੋ ਅਸੀਂ ਉਹਦੇ ਦੁਆਰਾ, ਕਿਹਦੇ ਦੁਆਰਾ? ਮਸੀਹ ਯਸੂ ਦੇ ਦੁਆਰਾ, ਸੋ ਅਸੀਂ ਉਹਦੇ ਦੁਆਰਾ ਉਸ ਦੁੱਧ ਦਾ ਬਲੀਦਾਨ ਅਰਥਾਤ ਉਹਨਾਂ ਬੁੱਲਾਂ ਦਾ ਫਲ ਜਿਹੜੇ ਉਸ ਨਾਮ ਨੂੰ ਮੰਨ ਲੈਂਦੇ ਹਨ, ਪਰਮੇਸ਼ਰ ਦੇ ਅੱਗੇ ਸਦਾ ਚੜਾਇਆ ਕਰ। ਇਹ ਹੈ ਧੰਨਵਾਦ ਚੜਾਉਣਾ। ਜੇ ਪਿਆਰੋ ਅਸੀਂ ਇਹ ਧੰਨਵਾਦ ਨਹੀਂ ਚੜਾ ਰਹੇ ਹਾਂ ਤਾਂ ਅਸੀਂ ਅਹਿਸਾਨ ਫਰਮਾਸ਼। ਇਸ ਲਈ ਆਓ ਅਸੀਂ ਜੋ ਵਿਸ਼ਵਾਸੀ ਹਾਂ, ਜਿਨ੍ਹਾਂ ਨੂੰ ਪਰਮੇਸ਼ਰ ਨੇ ਮਸੀਹ ਯਸੂ ਵਿੱਚ ਚੁਣ ਲਿਆ ਹੈ, ਜਿਨ੍ਹਾਂ ਨੇ ਨਵਾਂ ਜਨਮ ਪਾ ਲਿਆ ਹੈ, ਜਿਨ੍ਹਾਂ ਨੇ ਪਰਮੇਸ਼ਰ ਦੀ ਕਮਾਂਡ ਨੂੰ ਪੂਰਾ ਕੀਤਾ ਹੈ, ਆਗਿਆ ਨੂੰ, ਉਹ ਪਰਮੇਸ਼ਰ ਦੇ ਅੱਗੇ ਉਸ ਦੇ ਇਸ ਦਿਨ ਵਿੱਚ ਉਸ ਨੂੰ ਧੰਨਵਾਦ ਸਦਾ ਚੜਾਇਆ ਕਰ। ਇਹ ਪਰਮੇਸ਼ਰ ਨੂੰ ਪਾਉਂਦਾ ਹੈ ਅਤੇ ਫਾਉਂਦਾ ਹੈ। ਇਸ ਲਈ ਮੈਂ ਇਸ ਦਿਨ ਦੇ ਲਈ ਇਸ ਵਚਨ ਦੇ ਰਾਹੀਂ, ਪਰ ਧੰਨਵਾਦ ਹੈ ਪਰਮੇਸ਼ਰ ਦਾ ਜੋ ਮਸੀਹ ਯਸੂ ਦੇ ਰਾਹੀਂ ਸਾਨੂੰ ਜਿੱਤ ਦੇ ਝੰਡੇ ਹੇਠ ਥਾਈਂ ਥਾਈਂ ਸਾਡੇ ਰਾਹੀਂ ਆਪਣੀ ਸੁਗੰਧ ਨੂੰ ਖਿਲਾਰਦਾ। ਅਸੀਂ ਉਸ ਦੇ ਲਈ, ਉਸ ਨਾਮ ਦੇ ਲਈ ਪਰਮੇਸ਼ਰ ਦੇ ਅੱਗੇ ਧੰਨਵਾਦ ਚੜਾਈਏ, ਜਿਸ ਨੇ ਮੈਨੂੰ ਆਪਣੇ ਪੁੱਤਰ ਵਿੱਚ ਆਪਣੀ ਸੰਤਾਨ ਬਣਾ ਕੇ ਆਪਣੀ ਇਸ ਆਰਾਧਨਾ ਉਪਾਸਨਾ ਦੇ ਲਈ ਚੁਣ ਲਿਆ। ਮੈਂ ਪਰਮੇਸ਼ਰ ਦੇ ਕੋਲ ਜਾਣ ਦੇ ਯੋਗ ਨਹੀਂ ਸੀ, ਉਸ ਨੂੰ ਹੇ ਅੱਬਾ ਹੇ ਪਿਤਾ ਕਹਿਣ ਦੇ ਯੋਗ ਨਹੀਂ ਸੀ, ਪਰ ਉਸ ਨੇ ਮੇਰੇ ਉੱਤੇ ਸਵਰਗੋਂ ਦਇਆ ਕਰਕੇ ਆਪਣੇ ਪ੍ਰੇਮ ਦੇ ਰਾਹੀਂ, ਜੋ ਪ੍ਰੇਮ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਪ੍ਰਗਟ ਕੀਤਾ ਗਿਆ, ਉਸ ਦੇ ਰਾਹੀਂ ਆਪਣੀ ਹਜ਼ੂਰੀ ਵਿੱਚ ਬੁਲਾ ਲਿਆ ਕਿ ਮੈਂ ਪਰਮੇਸ਼ਰ ਦੇ ਕੀਤੇ ਹੋਏ ਉਪਕਾਰ ਦਾ ਪਵਿੱਤਰਤਾ ਦੇ ਨਾਲ ਉਹਦੀ ਹਜ਼ੂਰੀ ਵਿੱਚ, ਉਹਦੇ ਦਿਨ ਵਿੱਚ ਉਸ ਦਾ ਧੰਨਵਾਦ ਕਰਾਂ, ਜਿਸ ਤੋਂ ਪਰਮੇਸ਼ਰ ਪ੍ਰਸੰਨ ਹੁੰਦਾ ਹੈ। ਪਰਮੇਸ਼ਰ ਆਪ ਨੂੰ ਅਜਿਹਾ ਕਰਨ ਦੇ ਲਈ ਮਦਦ ਕਰੇ। ਜੈ ਮਸੀਹ।